ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਗੁਰਸਿੱਖ ਆਇਆ ਹੈ, ਜਿਹਦਾ ਨਾਮ ਹੈ ਭਾਈ ਦਰਗਾਹ ਭੰਡਾਰੀਆ। ਬੜੀ ਤੀਖਣ ਬੁੱਧੀ ਵਾਲਾ, ਧੀਰਜ ਬੁੱਧੀ ਵਾਲਾ ਸ੍ਰੇਸ਼ਟ ਸਿੱਖ, ਜਿਹੜਾ ਮੱਤ ਦਾ ਮਾਲਕ ਗੁਰਸਿੱਖ ਹੈ। ਸਤਿਗੁਰੂ ਦੇ ਚਰਨਾਂ ਵਿੱਚ ਰਹਿ ਕੇ ਇਹਨੇ ਬਹੁਤ ਸੇਵਾ ਕੀਤੀ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਿਆ ਕਿ ਸਤਿਗੁਰੂ, ਆਪ ਜੀ ਦੇ ਕਈ ਗੁਰਸਿੱਖ ਗੁਰਬਾਣੀ ਦੀ ਵਿਚਾਰ ਚਰਚਾ ਕਰਦਿਆਂ ਆਪਣੇ ਆਪਣੇ ਅਰਥ ਜਿਹੜੇ ਨੇ ਉਹਨਾਂ ਨੂੰ ਸਹੀ ਸਾਬਤ ਕਰਨ ਵਾਸਤੇ ਝਗੜਾ ਕਰਦੇ ਨੇ। ਆਪਸ ਵਿੱਚ ਜਿਹੜੇ ਉਹ ਵਿਵਾਦ ਕਰਦੇ ਨੇ, ਝਗੜਾ ਕਰਦੇ ਨੇ, ਲੜਾਈ ਕਰ ਬੈਠਦੇ ਨੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਤਿਗੁਰੂ ਜੀ ਭਾਈ ਦਰਗਾਹ ਭੰਡਾਰੀਏ ਨੂੰ ਕਹਿਣ ਲੱਗੇ, ਵੇਖ ਭਾਈ ਗੁਰਸਿੱਖਾ, ਅਸਲ ਵਿੱਚ ਜਿਹੜੇ ਝਗੜਾ ਕਰਨ ਵਾਲੇ ਨੇ, ਕੋਈ ਵੀ ਵਿਚਾਰ ਹੈ, ਕੋਈ ਵੀ ਚਰਚਾ ਹੈ, ਉਹਦਾ ਝਗੜਾ ਜਿਹੜਾ ਉਹ ਕੋਈ ਹੱਲ ਨਹੀਂ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇੱਕ ਬਚਨ ਸਮਝਾਇਆ ਸੀ। ਸਤਿਗੁਰੂ ਕਹਿਣ ਲੱਗੇ ਕਿ ਅਸਲ ਵਿੱਚ ਚਰਚਾ ਚਾਰ ਤਰ੍ਹਾਂ ਦੀ ਹੁੰਦੀ ਹੈ। ਇੱਕ ਹੈ ਵਾਦ ਚਰਚਾ, ਇੱਕ ਹੈ ਪਿਆਰ ਵਾਲੀ ਚਰਚਾ, ਇੱਕ ਜਲਪ ਚਰਚਾ ਹੈ ਤੇ ਇੱਕ ਵਿਤੰਡਾ ਚਰਚਾ ਹੈ। ਤੇ ਗੁਰਸਿੱਖ ਜਿਹੜੇ ਨੇ ਉਹ ਦੋ ਤਰ੍ਹਾਂ ਦੀ ਚਰਚਾ ਜਿਹੜੀ ਹੈ ਉਹਨੂੰ ਜੀਵਨ ਵਿੱਚ ਧਾਰਨ ਕਰਦੇ ਨੇ ਤੇ ਦੋ ਤਰ੍ਹਾਂ ਦੀ ਚਰਚਾ ਜਿਹੜੀ ਹੈ ਉਹਦਾ ਤਿਆਗ ਕਰਦੇ ਨੇ। ਫਿਰ ਸਤਿਗੁਰੂ ਸਮਝਾਉਂਦੇ ਹੋਏ ਕਹਿਣ ਲੱਗੇ, ਭਾਈ ਸਿੱਖਾ, ਪਹਿਲੀ ਚਰਚਾ ਹੈ ਵਾਦ ਚਰਚਾ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਸ਼ਬਦ ਦੇ ਗੁਰਬਾਣੀ ਦੇ ਅਰਥ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੇ, ਉਹ ਇੱਕ ਦੂਜੇ ਨੂੰ ਪੁੱਛ ਲੈਂਦੇ ਨੇ ਕਿ ਗੁਰਬਾਣੀ ਦੇ ਜਿਹੜੇ ਆਹ ਸ਼ਬਦ ਦੇ ਅਰਥ ਨੇ, ਵਿਚਾਰ ਹੈ, ਇਹਦੀ ਕੀ ਵਿਆਖਿਆ, ਇਸ ਸ਼ਬਦ ਦਾ ਕੀ ਭਾਵ ਅਰਥ ਹੈ, ਇਸ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਸਾਨੂੰ ਕੀ ਉਪਦੇਸ਼ ਜਿਹੜਾ ਹੈ ਉਹ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਤੇ ਉਹ ਦੋਵੇਂ ਗੁਰਸਿੱਖ ਆਪਸ ਵਿੱਚ ਮਿਲ ਕੇ ਉਸ ਸ਼ਬਦ ਦੀ ਜਿਹੜੀ ਵਿਚਾਰ ਕਰਦੇ ਨੇ, ਉਸ ਸ਼ਬਦ ਦੇ ਅਰਥ ਗ੍ਰਹਿਣ ਕਰਦੇ ਨੇ, ਉਹਦੇ ਭਾਵ ਅਰਥ ਸਮਝ ਕੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦਾ ਯਤਨ ਕਰਦੇ। ਇਹ ਤੇ ਹੈ ਵਾਦ ਚਰਚਾ ਕਿ ਆਪਸ ਵਿੱਚ ਵਿਚਾਰ ਕੀਤੀ, ਗੁਰਬਾਣੀ ਦੇ ਅਰਥ ਸਮਝੇ ਤੇ ਜੀਵਨ ਵਿੱਚ ਢਾਲ ਕੇ ਆਪਣਾ ਮਨੁੱਖਾ ਜੀਵਨ ਸਫਲ ਕੀਤਾ। ਦੂਸਰੀ ਇੱਕ ਪਿਆਰ ਚਰਚਾ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਆਦਮੀ, ਇੱਕ ਗੁਰਸਿੱਖ ਗੁਰਬਾਣੀ ਦੇ ਸ਼ਬਦ ਪੜ੍ਹਦਾ ਹੈ ਤੇ ਉਹ ਜੋ ਅਰਥ, ਜੋ ਵਿਚਾਰ ਉਹਨੂੰ ਸਮਝ ਵਿੱਚ ਆਉਂਦੀ ਹੈ, ਹੁਣ ਉਹਦੀ ਮੱਤ ਅਨੁਸਾਰ ਉਹ ਵਿਚਾਰ ਉਹਨੂੰ ਠੀਕ ਸਮਝਦਾ ਹੈ। ਪਰ ਜਦੋਂ ਆਪਣੇ ਤੋਂ ਤੀਖਣ ਬੁੱਧੀ ਵਾਲੇ ਵਿਦਵਾਨ ਕਿਸੇ ਗੁਰਸਿੱਖ ਨੂੰ ਮਿਲਦਾ ਤੇ ਉਹਨੂੰ ਦੱਸਦਾ ਕਿ ਭਾਈ ਗੁਰਬਾਣੀ ਦੇ ਇਸ ਸ਼ਬਦ ਦੀ ਵਿਚਾਰ ਇਸ ਢੰਗ ਨਾਲ ਮੇਰੀ ਸਮਝ ਵਿੱਚ ਆਈ ਹੈ, ਕੀ ਇਹ ਠੀਕ ਹੈ? ਤੇ ਜਿਹੜਾ ਵਿਦਵਾਨ ਗੁਰਮੁਖ ਸੱਜਣ ਹੈ ਉਹ ਫਿਰ ਉਹਨੂੰ ਸਮਝਾਉਂਦਾ ਹੈ ਕਿ ਨਹੀਂ ਭਾਈ, ਜਿਹੜੀ ਤੇਰੀ ਸਮਝ ਵਿੱਚ ਗੁਰਬਾਣੀ ਦੀ ਵਿਚਾਰ ਆਈ ਹੈ, ਬੇਸ਼ੱਕ ਉਹਦੇ ਵਿੱਚੋਂ ਕੁਝ ਬਚਨ ਜਿਹੜੇ ਠੀਕ ਨੇ, ਪਰ ਅਸਲ ਵਿੱਚ ਤੈਨੂੰ ਇਹ ਗੁਰਬਾਣੀ ਦੀ ਵਿਚਾਰ ਸ਼ੁੱਧ ਸਮਝ ਨਹੀਂ ਪਈ। ਫਿਰ ਉਹ ਕੀ ਕਰਦਾ ਹੈ, ਸਤਿਗੁਰੂ ਕਹਿਣ ਲੱਗੇ, ਜਿਹੜਾ ਵਿਦਵਾਨ ਗੁਰਸਿੱਖ ਹੈ, ਜਿਹੜਾ ਗੁਰਬਾਣੀ ਦੀ ਵਿਆਕਰਨ, ਵਿਆਖਿਆ, ਵਿਚਾਰ ਨੂੰ ਸਮਝਦਾ ਹੈ, ਉਹ ਫਿਰ ਦੂਸਰੇ ਗੁਰਸਿੱਖ ਨੂੰ ਅਸਲ ਵਿੱਚ ਗੁਰਬਾਣੀ ਦੇ ਉਸ ਸ਼ਬਦ ਦੀ ਸ਼ੁੱਧ ਵਿਚਾਰ ਜਿਹੜੀ ਹੈ, ਵਿਆਕਰਨ ਅਨੁਸਾਰ ਉਹਦੀ ਵਿਆਖਿਆ, ਉਹਦੇ ਅਰਥ, ਉਹਦੇ ਭਾਵ ਅਰਥ ਸਮਝਾਉਂਦਾ ਹੈ। ਤੇ ਦੂਸਰਾ ਗੁਰਸਿੱਖ ਜਿਹੜਾ ਹੈ ਉਹ ਵੀ ਫਿਰ ਬੜੇ ਪਿਆਰ ਦੇ ਨਾਲ ਉਸ ਵਿਦਵਾਨ ਦੇ ਕੋਲੋਂ ਗੁਰਬਾਣੀ ਦੀ ਵਿਚਾਰ, ਅਰਥ, ਵਿਆਖਿਆ, ਭਾਵ ਅਰਥ ਸਮਝਦਾ ਹੈ। ਫਿਰ ਦੋਨੋਂ ਜਾਣੇ ਉਸ ਭਾਵ ਅਰਥ ਨੂੰ ਸਮਝ ਕਰਕੇ ਤੇ ਸਹਿਮਤ ਹੋ ਕੇ ਗੁਰਬਾਣੀ ਦੇ ਉਸ ਸ਼ਬਦ ਦਾ ਨਿਰਣਾ ਕਰਦੇ ਨੇ ਕਿ ਆਹ ਅਸਲ ਵਿੱਚ ਗੁਰਬਾਣੀ ਦੇ ਇਸ ਸ਼ਬਦ ਦੀ ਸ਼ੁੱਧ ਵਿਆਖਿਆ ਹੈ, ਆਹ ਇਹਦੇ ਭਾਵ ਅਰਥ ਨੇ, ਆਹ ਗੁਰਬਾਣੀ ਦੇ ਵਿੱਚੋਂ ਸਾਨੂੰ ਸਿਧਾਂਤ ਮਿਲਦਾ ਹੈ, ਆਹ ਗੁਰਬਾਣੀ ਦੇ ਇਸ ਸ਼ਬਦ ਦਾ ਉਪਦੇਸ਼ ਹੈ।
ਤੇ ਪਿਆਰ ਦੇ ਨਾਲ ਦੋਵੇਂ ਵਿਚਾਰ ਕਰਕੇ ਸਤਿਗੁਰੂ ਕਹਿੰਦੇ ਨਿਰਣਾ ਕਰ ਲੈਂਦੇ ਨੇ ਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਹੜਾ ਹੈ ਉਹ ਢਾਲਣ ਦਾ ਯਤਨ ਕਰਦੇ ਨੇ। ਇਹ ਹੈ ਇੱਕ ਵਾਦ ਚਰਚਾ ਕਿ ਗੁਰਬਾਣੀ ਦੇ ਅਰਥ ਸਮਝ ਨਹੀਂ ਆ ਰਹੇ, ਦੋ ਗੁਰਸਿੱਖ ਆਪਸ ਵਿੱਚ ਮਿਲ ਕੇ ਵਿਚਾਰ ਕਰਦੇ ਨੇ ਤੇ ਗੁਰਬਾਣੀ ਦੇ ਅਰਥ ਸਮਝ ਲੈਂਦੇ ਨੇ, ਇਹ ਹੈ ਵਾਦ ਚਰਚਾ। ਦੂਸਰੀ ਪਿਆਰ ਚਰਚਾ ਕਿ ਇੱਕ ਨੂੰ ਅਰਥ ਸਮਝ ਆਏ ਨੇ ਪਰ ਉਹ ਸ਼ੁੱਧ ਨਹੀਂ, ਆਪਣੇ ਤੋਂ ਸਿਆਣੇ ਗੁਰਸਿੱਖ ਨਾਲ ਬਚਨ ਵਿਲਾਸ ਕਰਦਾ ਹੈ ਤੇ ਉਹ ਸਿਆਣਾ ਗੁਰਸਿੱਖ ਗੁਰਬਾਣੀ ਦੇ ਉਸ ਸ਼ਬਦ ਦੀ ਸ਼ੁੱਧ ਵਿਚਾਰ ਜਿਹੜੀ ਹੈ ਉਹ ਉਹਦੀ ਝੋਲੀ ਵਿੱਚ ਪਾਉਂਦਾ ਹੈ, ਉਹਨੂੰ ਸਮਝਾਉਂਦਾ ਹੈ ਤੇ ਦੋਨੋਂ ਪਿਆਰ ਨਾਲ ਗੁਰਬਾਣੀ ਦੀ ਵਿਚਾਰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦੇ ਨੇ। ਇਹਨੂੰ ਕਹਿੰਦੇ ਨੇ ਪਿਆਰ ਵਾਲੀ ਚਰਚਾ। ਇੱਕ ਹੈ ਤੀਸਰੀ ਚਰਚਾ, ਉਹਨੂੰ ਕਹਿੰਦੇ ਨੇ ਜਲਪ ਚਰਚਾ। ਇਹ ਕੀ ਹੈ? ਸਤਿਗੁਰੂ ਕਹਿਣਗੇ ਇਹਦੇ ਵਿੱਚ ਜਿਹੜਾ ਮਨਮੁਖ ਬਿਰਤੀ ਦਾ ਬੰਦਾ ਹੈ, ਆਪਣੇ ਆਪ ਨੂੰ ਉਹ ਗੁਰਸਿੱਖ ਹੀ ਸਮਝਦਾ ਹੈ, ਪਰ ਮਾਫ ਕਰਨਾ ਉਹਦੇ ਵਿੱਚ ਉਹਦੇ ਹਿਰਦੇ ਵਿੱਚ ਗੁਰਸਿੱਖੀ ਵਾਲੀ ਗੱਲ ਨਹੀਂ। ਉਹ ਕੀ ਕਰਦਾ ਹੈ ਕਿ ਆਪਣੇ ਮੁਖ ਤੋਂ ਕੋਈ ਗੱਲ ਐਸੀ ਬਿਆਨ ਕਰ ਦਿੰਦਾ ਹੈ ਜਿਹੜੀ ਕਿਸੇ ਦੇ ਮਨ ਵਿੱਚ ਉਤਰਦੀ ਨਹੀਂ, ਕਿਸੇ ਨੂੰ ਚੰਗੀ ਨਹੀਂ ਲੱਗਦੀ। ਤੇ ਜਦੋਂ ਕੋਈ ਦੂਸਰਾ ਕਹਿੰਦਾ ਕਿ ਭਾਈ ਤੇਰੀ ਆਹ ਗੱਲ ਠੀਕ ਨਹੀਂ ਹੈ, ਫਿਰ ਉਹਦੇ ਨਾਲ ਵਿਚਾਰ ਕਰਨ ਦੀ ਥਾਂ ਉਹਦੇ ਨਾਲ ਆਪਣੀ ਗੱਲ ਨੂੰ ਜਿਹੜਾ ਉਹ ਗਲਤ ਮੰਨ ਕੇ ਤੇ ਸਹੀ ਵਿਚਾਰ ਸਮਝਣ ਦੀ ਥਾਂ ਤੇ ਉਹਦੇ ਨਾਲ ਝਗੜਾ ਕਰਦਾ ਹੈ। ਉਹਦੇ ਨਾਲ ਕਈ ਤਰ੍ਹਾਂ ਦੇ ਪੱਖ, ਕਈ ਤਰ੍ਹਾਂ ਦੀਆਂ ਦਲੀਲਾਂ, ਕਈ ਤਰ੍ਹਾਂ ਦੇ ਪ੍ਰਮਾਣ ਘੜ ਕੇ ਤੇ ਆਪਣੀ ਅਯੋਗ ਗੱਲ ਜਿਹੜੀ ਬਿਲਕੁਲ ਗਲਤ ਗੱਲ ਹੈ ਉਹਨੂੰ ਵੀ ਸਹੀ ਸਾਬਤ ਕਰਨ ਦੇ ਵਾਸਤੇ ਯਤਨ ਕਰਦਾ ਹੈ। ਫਲ ਸਰੂਪ ਇਸ ਦੇ ਉਹ ਫਿਰ ਆਪਣੇ ਹੰਕਾਰ ਵਿੱਚ ਫਸਿਆ ਹੋਇਆ ਦੂਸਰੇ ਦੀਆਂ ਗੱਲਾਂ ਦਾ ਖੰਡਨ ਕਰਦਾ ਹੈ ਤੇ ਦੂਸਰੇ ਸਮਝਾਉਣ ਵਾਲੇ ਦੇ ਪ੍ਰਤੀ ਗੁੱਸਾ ਧਾਰਨ ਕਰ ਲੈਂਦਾ ਹੈ, ਉਹਦੇ ਨਾਲ ਵੈਰ ਬੰਨ੍ਹ ਲੈਂਦਾ ਹੈ ਤੇ ਉਹਦੀ ਵਡਿਆਈ, ਉਹਦੇ ਜਸ ਨੂੰ ਵੇਖ ਕੇ ਵੀ ਸੜਦਾ ਰਹਿੰਦਾ ਹੈ। ਇਹਨੂੰ ਕਹਿੰਦੇ ਨੇ ਜਲਪ ਚਰਚਾ ਕਿ ਕਿਸੇ ਦੀ ਗੱਲ ਮੰਨਣੀ ਨਹੀਂ, ਆਪਣੀ ਗਲਤ ਗੱਲ ਨੂੰ ਵੀ ਸਿੱਧ ਕਰਨ ਵਾਸਤੇ ਯਤਨ ਕਰਨਾ ਤੇ ਦੂਸਰੇ ਵੱਲ ਵੇਖ ਕੇ ਜਲਦੇ ਰਹਿਣਾ, ਸੜਦੇ ਰਹਿਣਾ, ਇਹਨੂੰ ਕਹਿੰਦੇ ਨੇ ਜਲਪ ਚਰਚਾ। ਇੱਕ ਤੀਸਰੀ ਹੈ, ਉਹਨੂੰ ਕਹਿੰਦੇ ਨੇ ਵਿਤੰਡਾ ਚਰਚਾ। ਤੇ ਸਤਿਗੁਰੂ ਕਹਿਣ ਲੱਗੇ ਇਹਦੇ ਵਿੱਚ ਇਹ ਜਿਹੜੇ ਚਰਚਾ ਕਰਨ ਵਾਲੇ ਲੋਕ ਨੇ ਨਾ, ਇਹ ਬਿਲਕੁਲ ਮਨਮੁਖ ਬਿਰਤੀ ਦੇ ਲੋਕ ਨੇ। ਇੱਕ ਦੂਜੇ ਨੂੰ ਹਮੇਸ਼ਾ ਖੰਡਨ ਕਰਦੇ ਨੇ, ਹਮੇਸ਼ਾ ਇੱਕ ਦੂਜੇ ਦੀਆਂ ਗਲਤੀਆਂ ਕੱਢ ਕਿਉਂ ਕਹੀਏ ਇੱਕ ਦੂਜੇ ਦੀ ਨਿੰਦਿਆ ਕਰਦੇ ਨੇ, ਸਟੇਜਾਂ ਤੇ ਬਹਿ ਕੇ ਇੱਕ ਦੂਜੇ ਨੂੰ ਰੱਜ ਕੇ ਭੰਡਦੇ ਨੇ ਤੇ ਆਪਣੀ ਬੁੱਧੀ ਐਡੀ ਵਧੀਆ ਨਹੀਂ ਕਿ ਕੋਈ ਗੱਲ ਸਮਝ ਸਕਣ। ਜੇ ਕੋਈ ਸਮਝਾਉਣ ਦਾ ਯਤਨ ਕਰਦਾ ਉਹਦੀ ਮੰਨਦੇ ਨਹੀਂ ਤੇ ਸਿਆਣੇ ਲੋਕ ਐਸੇ ਲੋਕਾਂ ਦੀਆਂ ਗੱਲਾਂ ਸੁਣ ਕੇ ਦੁਖੀ ਹੁੰਦੇ ਨੇ ਕਿ ਇਹ ਲੋਕ ਨਾ ਹੀ ਸਟੇਜ ਤੇ ਚੜ੍ਹ ਕੇ ਬੋਲਣ ਤੇ ਚੰਗਾ ਹੈ। ਵਿਤੰਡਾ ਚਰਚਾ ਭਾਵ ਬਿਲਕੁਲ ਐਨ ਇੱਕ ਦੂਜੇ ਨੂੰ ਖੰਡਨ ਕਰੀ ਜਾਣਾ, ਨਿੰਦਿਆ ਕਰੀ ਜਾਣੀ, ਝਗੜੇ ਵਾਲੀਆਂ ਗੱਲਾਂ ਕਰਨੀਆਂ ਕਿ ਮੈਂ ਠੀਕ ਹਾਂ ਤੇ ਬਾਕੀ ਸਾਰੇ ਮੇਰੇ ਤੋਂ ਜਿਹੜੇ ਉਹ ਗਲਤ ਨੇ, ਮੈਂ ਇਕੱਲਾ ਹੀ ਸਾਰਿਆਂ ਚੋਂ ਚੰਗਾ ਹਾਂ। ਇਹ ਹੈ ਵਿਤੰਡਾ ਚਰਚਾ। ਸਤਿਗੁਰੂ ਕਹਿਣ ਲੱਗੇ ਪਹਿਲੀ ਚਰਚਾ ਜਿਹੜੀ ਹੈ ਵਾਦ ਚਰਚਾ ਤੇ ਪਿਆਰ ਵਾਲੀ ਚਰਚਾ, ਇਹਨੂੰ ਗੁਰਸਿੱਖ ਧਾਰਨ ਕਰਦੇ ਨੇ। ਜਲਪ ਤ੍ਰਿਸ਼ਨਾ ਵਾਲੀ ਜਲਪ ਚਰਚਾ ਤੇ ਵਿਤੰਡਾ ਚਰਚਾ ਜਿਹੜੀ ਹੈ ਇਹਦਾ ਗੁਰਸਿੱਖ ਤਿਆਗ ਕਰਦੇ ਨੇ। ਸੋ ਜਿਹੜਾ ਸੱਚਾ ਗੁਰੂ ਦਾ ਸਿੱਖ ਹੈ ਉਹ ਬਿਲਕੁਲ ਐਸੀ ਵਿਚਾਰ ਚਰਚਾ ਵਿੱਚ ਨਹੀਂ ਪੈਂਦਾ ਜਿਹਦੇ ਨਾਲ ਪੰਥ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਝਗੜੇ ਪੈਦਾ ਹੋਣ। ਅਸਲੀ ਗੁਰੂ ਨੂੰ ਪਿਆਰ ਕਰਨ ਵਾਲਾ ਗੁਰਸਿੱਖ ਜਿਹੜਾ ਹੈ ਉਹਨੇ ਤੇ ਗੁਰਬਾਣੀ ਦੇ ਇਸ ਵਚਨ ਨੂੰ ਪੱਲੇ ਬੰਨਿਆ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮਤਿ ਬੈਸੋ ਸਫਾ ਵਿਛਾਏ। ਕਿ ਸਾਰੇ ਰਲ ਮਿਲ ਕੇ ਇਕੱਤਰ ਹੋ ਕੇ ਗੁਰੂ ਦੀ ਮੱਤ ਅਨੁਸਾਰ ਸੰਗਤ ਵਿੱਚ ਜੁੜ ਕੇ ਬੈਠੀਏ, ਵਿਚਾਰ ਚਰਚਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਾਣੀਏ। ਰਹੋ ਵਿਚਾਰ